ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ ਮਸੀਹ ਦਾ। ਸਾਰਿਆਂ ਨੂੰ ਜੈ ਮਸੀਹ ਦੀ ਸ਼ਾਲੋਮ। ਧੰਨਵਾਦ ਕਰਦੇ ਹਾਂ ਪ੍ਰਭੂ ਦੇ ਅੱਜ ਦੇ ਦਿਨ ਦੇ ਲਈ, ਅੱਜ ਦੇ ਵਚਨ ਦੇ ਲਈ ਜੋ ਪਰਮੇਸ਼ਰ ਅੱਜ ਆਪਣੇ ਵਚਨ ਦਾ ਭੇਦ ਸਾਡੇ ਤੇ ਖੋਲ ਰਿਹਾ, ਉਸ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਸਵਰਗੀ ਮਦਦ। ਪਰਮੇਸ਼ਰ ਆਪਣੀ ਸਵਰਗੀ ਮਦਦ ਕਿਸ ਤਰ੍ਹਾਂ ਦਿੰਦਾ ਹੈ। ਅਸੀਂ ਇਸ ਟੌਪਿਕ 'ਤੇ ਗੱਲ ਕਰਾਂਗੇ ਕਿ ਪਰਮੇਸ਼ਰ ਆਪਣੀ ਜਿਹੜੇ ਸਵਰਗੀ ਮਦਦ ਦਿੰਦਾ ਤੇ ਉਹਨੂੰ ਕਿਸ ਲੈਵਲ ਤੱਕ ਲੈ ਕੇ ਜਾ ਸਕਦਾ। ਅੱਜ ਪਰਮੇਸ਼ਰ ਜਦੋਂ ਕਿਸੇ ਦੀ ਜ਼ਿੰਦਗੀ 'ਚ ਲਾਈਫ ਦੇ ਵਿੱਚ ਕੰਮ ਕਰਦਾ ਆ ਤੇ ਉਹਨਾਂ ਨੂੰ ਦੱਸਦਾ ਕਿ ਤੁਹਾਡੀ ਮਦਦ ਸਵਰਗ ਵੱਲੋਂ ਆ, ਨਾ ਕਿ ਕਿਸੇ ਇਨਸਾਨ ਵੱਲੋਂ। ਜਿਹੜੇ ਪਰਮੇਸ਼ਰ ਆਪਣੀ ਸਵਰਗ ਵੱਲੋਂ ਮਦਦ ਕਰਦਾ ਆ ਤਾਂ ਆਪਾਂ ਦੇਖਦੇ ਹਾਂ ਜਦੋਂ ਜਰੀਹੋ ਦੀ ਦੀਵਾਰ ਗਿਰਾਈ ਜਾਂਦੀ ਆ, ਉਸ ਵਿੱਚ ਦੇਖਦੇ ਹਾਂ ਕਿ ਪਰਮੇਸ਼ਰ ਕਹਿੰਦਾ ਹੈ ਕਿ ਤੁਸੀਂ 7 ਚੱਕਰ ਲਗਾਓ 7ਵੇਂ ਦਿਨ, ਔਰ ਪਹਿਲੇ ਦਿਨ ਤੁਸੀਂ 1 ਚੱਕਰ, ਦੂਸਰੇ ਦਿਨ 2 ਚੱਕਰ, ਦੂਜਾ ਚੱਕਰ, ਤੀਜੇ ਦਿਨ ਤੀਸਰਾ ਚੱਕਰ, ਪਰ 7ਵੇਂ ਦਿਨ 7 ਚੱਕਰ ਲਗਾਉਣੇ। ਉਸ ਤੋਂ ਬਾਅਦ ਜਦੋਂ 7 ਚੱਕਰ 7ਵੇਂ ਦਿਨ ਲਗਾਉਂਦੇ ਆ ਤੇ ਜਦੋਂ ਉਹ ਨਾਰਾ ਲਗਾਉਂਦੇ ਆ ਹਾਲੇਲੂਇਆ ਦਾ, ਤਾਂ ਇਹ ਦੀਵਾਰ ਡਿੱਗਦੀ ਆ। ਇਸ ਨੂੰ ਕਹਿੰਦੇ ਆ ਸਵਰਗੀ ਮਦਦ, ਜਿਹੜੇ ਪਰਮੇਸ਼ਰ ਦੀ ਤੁਹਾਡੇ ਉੱਤੇ ਹੁੰਦੀ ਆ, ਜਿਹੜੀ ਯੋਜਨਾ ਹੁੰਦੀ ਆ ਉਹ ਪੂਰੀ ਹੁੰਦੀ ਆ। ਅੱਜ ਲੋਕ ਸਵਰਗੀ ਮਦਦ ਨੂੰ ਸਮਝ ਨਹੀਂ ਪਾਉਂਦੇ ਕਿਉਂਕਿ ਉਹਨਾਂ ਦੀ ਲਾਈਫ ਦੇ ਵਿੱਚ ਉਹ ਗ੍ਰੇਸ ਹੀ ਨਹੀਂ, ਉਸ ਵਚਨ ਨੂੰ ਆਪਣੇ 'ਤੇ ਲਾਗੂ ਹੀ ਨਹੀਂ ਕਰ ਪਾਉਂਦੇ ਕਿ ਉਹ ਉਸ ਸਵਰਗੀ ਮਦਦ ਨੂੰ ਲੈ ਸਕਣ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਲਾਈਫ ਦੇ ਵਿੱਚ ਦੇਖਦੇ ਹਾਂ ਕਿ ਪਤਰਸ ਜਿਹੜਾ ਇੱਕ ਮਛੁਆਰਾ ਸੀ, ਉਹ ਸਾਰੀ ਰਾਤ ਜਾਲ ਪਾਉਂਦਾ ਰਿਹਾ ਤੇ ਉਹ ਕੁਛ ਵੀ ਨਹੀਂ ਮਿਲਿਆ। ਪਰ ਜਦੋਂ ਪ੍ਰਭੂ ਯਿਸੂ ਮਸੀਹ ਉਹਦੇ ਕੋਲ ਆਉਂਦੇ ਆ ਤੇ ਪ੍ਰਭੂ ਯਿਸੂ ਮਸੀਹ ਕਹਿੰਦੇ ਮੈਨੂੰ ਆਪਣੀ ਬੇੜੀ ਦੇ। ਜਿਹੜੇ ਪ੍ਰਭੂ ਯਿਸੂ ਮਸੀਹ ਉਸ ਦੀ ਬੇੜੀ ਵਿੱਚ ਜਾਂਦੇ ਆ ਤੇ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਕਿ ਉਸ ਤੋਂ ਬਾਅਦ ਕਿ ਤੂੰ ਹੁਣ ਜਾਲ ਪਾ, ਤੇ ਉਹ ਜਾਲ ਪਾਉਂਦਾ ਹੈ ਤੇ ਉਸ ਕੋਲ ਬਹੁਤ ਸਾਰੀਆਂ ਮੱਛੀਆਂ ਆਉਂਦੀਆਂ ਕਿ ਜਾਲ ਟੁੱਟਣ ਲੱਗ ਪੈਂਦੇ। ਕਿਉਂਕਿ ਸਹੀ ਇਨਸਾਨ ਉਹੀ ਹੈ ਜਿਹੜਾ ਵਚਨ ਨੂੰ ਫੋਲੋ ਕਰਦਾ ਹੈ, ਫੋਲੋ ਕਰਕੇ ਉਸ ਨੂੰ ਆਪਣੇ 'ਤੇ ਲਾਗੂ ਕਰਦਾ ਆ ਤੇ ਫਿਰ ਉਹ ਸਵਰਗੀ ਮਦਦ ਨੂੰ ਪਾਉਂਦਾ। ਤੁਸੀਂ ਦੇਖੋ ਉੱਥੇ ਪਤਰਸ ਨੇ ਇਹ ਨਹੀਂ ਕਿਹਾ ਕਿ ਮੈਂ ਮਛੁਆਰਾ ਆ, ਮੈਂ ਸਾਰੀ ਰਾਤ ਜਾਲ ਪਾਉਂਦਾ ਰਿਹਾ ਤੇ ਤੁਹਾਨੂੰ ਪਤਾ ਨਹੀਂ ਗਾ ਕਿਉਂਕਿ ਤੁਸੀਂ ਕਿਹੜਾ ਮਛੁਆਰੇ ਆ, ਤੁਸੀਂ ਤਾਂ ਇੱਕ ਤਰਖਾਣ ਦਾ ਕੰਮ ਕਰਦੇ ਸਹੀ ਹੈ ਨਾ। ਤੇ ਇਸ ਕਰਕੇ ਉਸਨੇ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਕਿ ਉਹ ਕੀ ਕੰਮ ਕਰਦੇ ਕੀ ਨਹੀਂ। ਪਰ ਉਹਨਾਂ ਨੇ ਬਚਨਾਂ 'ਤੇ, ਪਤਰਸ ਨੇ ਬਚਨਾਂ 'ਤੇ ਯਕੀਨ ਕੀਤਾ ਤੇ ਜਾਲ ਨੂੰ ਪਾਇਆ ਤੇ ਉਹ ਸਵਰਗੀ ਮਦਦ ਨੂੰ ਲਿਆ। ਅੱਜ ਕਈ ਵਾਰੀ ਲੋਕਾਂ ਦੀ ਲਾਈਫ ਦੇ ਵਿੱਚ ਸਵਰਗੀ ਮਦਦਗਾਰ ਆਉਂਦੇ ਆ ਤੇ ਪਰ ਉਹ ਉਹਨਾਂ ਮਦਦਗਾਰਾਂ ਨੂੰ ਹੈਂਡਲ ਨਹੀਂ ਕਰ ਪਾਉਂਦੇ ਤੇ ਉਹਨਾਂ ਮਦਦਗਾਰਾਂ ਨੂੰ ਤੁੱਛ ਜਾਣਦੇ ਆ ਤੇ ਉਹ ਆਪਣੀ ਸਵਰਗੀ ਮਦਦ ਨੂੰ ਠੁਕਰਾ ਦਿੰਦੇ ਆ। ਕਈ ਵਾਰ ਕਈ ਲੋਕ ਆਪਣੇ ਬਿਜ਼ਨਸ ਵਿੱਚ ਬਲੈਸ ਹੋ ਰਹੇ ਹੁੰਦੇ ਆ ਕਿਉਂਕਿ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਪਰਸਨ ਆਉਂਦਾ ਹੈ ਤੇ ਉਹ ਬਲੈਸਿੰਗ ਪਾ ਰਹੇ ਹੁੰਦੇ ਆ। ਪਰ ਜਿੱਦਾਂ ਹੀ ਉਸ ਇਨਸਾਨ ਦੀ ਕਹਿ ਸਕਦੇ ਹਾਂ ਕਿ ਉਹਨੂੰ ਉਸ ਦੀ ਕਦਰ ਨਹੀਂ ਹੋ ਰਹੀ ਜਾਂ ਉਸ ਦੀ ਇੱਜ਼ਤ ਨਹੀਂ ਹੋ ਰਹੀ ਜਾਂ ਉਸ ਦੇ ਬਚਨਾਂ 'ਤੇ ਗੌਰ ਨਹੀਂ ਕਰ ਰਹੇ, ਤੇ ਫਿਰ ਕੀ ਹੁੰਦਾ, ਉਸ ਲੋਸ ਦੇ ਵਿੱਚ ਜਾਂਦੇ ਉਹ ਸਵਰਗੀ ਮਦਦ ਨੂੰ ਠੁਕਰਾ ਦਿੰਦੇ। ਜੇ ਪਤਰਸ ਉਸ ਵੇਲੇ ਪ੍ਰਭੂ ਯਿਸੂ ਮਸੀਹ ਨੂੰ ਇਗਨੋਰ ਕਰ ਦਿੰਦਾ ਤਾਂ ਕਦੀ ਵੀ ਉਹ ਇੰਨੀਆਂ ਮੱਛੀਆਂ ਨੂੰ ਫੜ ਨਹੀਂ ਪਾਉਂਦਾ। ਅੱਜ ਜ਼ਰੂਰਤ ਹੈ ਲੋਕਾਂ ਨੂੰ ਸਹੀ ਤਰੀਕੇ ਦੇ ਨਾਲ ਸਮਝਣੇ ਦੀ ਕਿ ਅਸੀਂ ਸਵਰਗੀ ਮਦਦ ਕਿਸ ਤਰ੍ਹਾਂ ਲੈਣੀ ਹੈ। ਅੱਜ ਲੋਕਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਸਵਰਗੀ ਮਦਦ ਕਿਸ ਤਰ੍ਹਾਂ ਲੈਣੀ ਹੈ ਕਿਉਂਕਿ ਪਰਮੇਸ਼ਰ ਤਾਂ ਮਦਦ ਕਰਨਾ ਚਾਹੁੰਦਾ ਆ, ਪਰ ਲੋਕਾਂ ਨੂੰ ਪਤਾ ਨਹੀਂ ਕਿ ਅਸੀਂ ਮਦਦ ਕਿਸ ਤਰੀਕੇ ਨਾਲ ਲੈਣੀ ਹੈ। ਜੇ ਪਤਰਸ ਕਹਿੰਦਾ ਕਿ ਸਹੀ ਹੈ ਜੀ, ਮੈਂ ਨਹੀਂ ਜਾਲ ਸਿੱਟਣਾ, ਤੁਸੀਂ ਸਿੱਟ ਲਓ, ਫਿਰ ਪ੍ਰਭੂ ਯਿਸੂ ਮਸੀਹ ਉੱਤੇ ਜਾਲ ਸਿੱਟਣ ਵਾਸਤੇ ਥੋੜ੍ਹਾ ਗਏ ਸੀ। ਪ੍ਰਭੂ ਯਿਸੂ ਮਸੀਹ ਬਚਨ ਦੇਣ ਵਾਸਤੇ ਗਏ। ਅਸੀਂ ਇਸ ਚੀਜ਼ ਨੂੰ ਨੋਟ ਕਰਨਾ ਹੈ। ਪਰਮੇਸ਼ਰ ਤੁਹਾਡੇ ਤੱਕ ਬਚਨ ਪਹੁੰਚਾ ਸਕਦਾ ਹੈ, ਪਰ ਉਸ ਨੂੰ ਲਾਗੂ ਕਰਕੇ, ਉਸ 'ਤੇ ਕੰਮ ਕਰਕੇ ਸਵਰਗੀ ਮਦਦ ਨੂੰ ਤੁਸੀਂ ਲੈਣਾ ਹੈ। ਪ੍ਰਭੂ ਯਿਸੂ ਮਸੀਹ ਨੇ ਜਦੋਂ ਜਰੀਹੋ ਦੀ ਦੀਵਾਰ ਨੂੰ ਗਿਰਾਇਆ, ਪਹਿਲਾਂ ਉਹਨਾਂ ਨੂੰ ਬਚਨ ਦਿੱਤਾ ਗਿਆ, ਉਹਨਾਂ ਨੂੰ ਕਿਹਾ ਗਿਆ ਕਿ ਪਹਿਲੇ ਦਿਨ 1 ਚੱਕਰ, ਦੂਸਰੇ ਦਿਨ ਦੂਸਰਾ ਚੱਕਰ, ਤੀਸਰੇ ਦਿਨ ਤੀਸਰਾ, मगर 7वें दिन 7 ਚੱਕਰ। क्योंकि प्रभु के वचन के लिखा ना बल से ना शक्ति से, सिर्फ उसकी आत्मा के द्वारा। जिसले तुसी अपना जोर लाओगे, अपना बल लाओगे, अपनी बुद्धि लाओगे,
ਕਦੀ ਵੀ ਉਸ ਲੈਵਲ ਤੇ ਨਹੀਂ ਜਾ ਸਕਦੇ ਜਿੱਥੇ ਪਰਮੇਸ਼ਰ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ, ਜਿਹੜੀ ਸਵਰਗੀ ਮਦਦ ਤੁਹਾਨੂੰ ਦੇਣਾ ਚਾਹੁੰਦਾ ਹੈ। ਅੱਜ ਪਰਮੇਸ਼ਰ ਦੀ ਸਹੀ ਰੀਤੇ ਨਾਲ ਬਚਨ ਤੇ ਚੱਲ ਕੇ ਉਹਦੀ ਸਵਰਗੀ ਮਦਦ ਲੈਣ ਦੀ ਲੋੜ ਆ ਸਾਨੂੰ। ਅਸੀਂ ਧਿਆਨ ਨਾਲ ਦੇਖਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਚੱਕ ਕੇ ਜਾ ਰਹੇ ਸੀਗੇ ਤੇ ਉਹਨਾਂ ਕੋਲ ਸਲੀਬ ਨਹੀਂ ਚੱਕੀ ਗਈ, ਤੇ ਉਸ ਵੇਲੇ ਕੀ ਹੋਇਆ? ਇੱਕ ਇਨਸਾਨ ਆਇਆ ਮਦਦ ਕਰਨ ਲਈ। ਤੇ ਕੀ ਪ੍ਰਭੂ ਯਿਸੂ ਮਸੀਹ ਨੇ ਕਿ ਉਹ ਕਿਹੜਾ ਮਦਦਗਾਰ ਪ੍ਰਭੂ ਯਿਸੂ ਮਸੀਹ ਲਿਆਇਆ ਸੀ ਕਿ ਸਲੀਬ ਚੱਕ ਕੇ ਪ੍ਰਭੂ ਯਿਸੂ ਮਸੀਹ ਦੇ ਨਾਲ ਤੁਰੇ, ਉਹ ਪਰਮੇਸ਼ਰ ਵੱਲੋਂ ਸੀਗਾ। ਕੀ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਮਨਾ ਕੀਤਾ ਕਿ ਮੇਰੀ ਸਲੀਬ ਨਾ ਚੱਕ, ਮੈਂ ਆਪ ਹੀ ਚੱਕ ਲੂੰਗਾ, ਕੋਈ ਗੱਲ ਨਹੀਂ, ਮੈਂ 2 ਘੰਟੇ ਠਹਿਰ ਕੇ ਚੱਕ ਲੈਂਦਾ, ਮੈਂ ਹੁਣ ਥੱਕਿਆ ਹਾਂ? ਨਹੀਂ ਹੈ ਨਾ। ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੇ ਆਪਣੀ ਦੌੜ ਨੂੰ ਰੋਕਿਆ ਨਹੀਂ, ਸਟਾਪ ਨਹੀਂ ਕੀਤਾ, ਉਸ ਜਗ੍ਹਾ ਤੇ ਰੁਕੇ ਨਹੀਂ, ਉਹ ਚੱਲਦੇ ਗਏ ਉਸ ਮੰਜ਼ਿਲ ਦੀ ਤਰਫ। ਅੱਜ ਵੀ ਪ੍ਰਭੂ ਯਿਸੂ ਮਸੀਹ ਇਹੀ ਗੱਲ ਕਹਿੰਦਾ ਆ, ਆਪਣੀ ਸਲੀਬ ਨੂੰ ਚੱਕ ਤੇ ਮੇਰੇ ਮਗਰ ਚੱਲ। ਮਗਰ ਚੱਲਣ ਦਾ ਮਤਲਬ ਇਹ ਆ ਕਿ ਤੁਸੀਂ ਹਰ ਵੇਲੇ ਚੱਲਦੇ ਰਹਿਣਾ। ਇਹ ਨਹੀਂ ਕਿ ਅੱਜ ਅਸੀਂ ਮਸੀਹ ਦੇ ਵਿੱਚ ਹਾਂ, ਪ੍ਰਭੂ ਯਿਸੂ ਮਸੀਹ ਦਾ ਵਚਨ ਸਾਡੀ ਲਾਈਫ ਦੇ ਵਿੱਚ ਪੂਰਾ ਹੋ ਰਿਹਾ ਹੈ ਤੇ ਅਸੀਂ ਬਲੈਸਿੰਗ ਲੈ ਰਹੇ ਹਾਂ, ਜਿੱਦਾਂ ਸਾਨੂੰ ਬਲੈਸਿੰਗ ਨਹੀਂ ਮਿਲੀ ਤੇ ਅਸੀਂ ਹਟ ਜਾਣਾ, ਚੱਲਣਾ। ਫਿਰ ਸਵਰਗੀ ਮਦਦ ਤੁਹਾਨੂੰ ਕਦੀ ਨਹੀਂ ਮਿਲ ਸਕਦੀ। ਅੱਜ ਲੋਕਾਂ ਦੇ ਬਿਜ਼ਨਸ ਇਸੇ ਕਰਕੇ ਕਈ ਵੇਲੇ ਅੰਨੇ ਪਿੱਛੇ ਆ, ਕਿਉਂਕਿ ਉਹ ਕਦਰ ਨਹੀਂ ਕਰ ਪਾਉਂਦੇ ਆਪਣੇ ਡਿਵਾਈਨ ਹੈਲਪਰ ਦੀ, ਉਹਨਾਂ ਦੀ ਗੱਲਾਂ ਤੇ ਗੌਰ ਨਹੀਂ ਕਰਦੇ। ਅੱਜ ਪਰਮੇਸ਼ਰ ਦੇ ਵਚਨ ਨੂੰ ਸਹੀ ਤਰੀਕੇ ਨਾਲ ਸਮਝਣ ਦੀ ਲੋੜ ਹੈ। ਜਿੱਲੇ ਤੁਸੀਂ ਆਪਣੇ ਡਿਵਾਈਨ ਹੈਲਪਰ ਦੀ ਮਦਦ ਨਹੀਂ ਕਰੋਗੇ ਉਹਦੇ ਕੰਮ ਕਰਨੇ ਵਿੱਚ, ਤੇ ਤੁਸੀਂ ਬਲੈਸਿੰਗ ਨੂੰ ਨਹੀਂ ਲੈ ਪਾਉਂਗੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਆਪਣੇ ਜਾਲ ਨੂੰ ਕੀ ਕਰ, ਪਾਣੀ ਵਿੱਚ ਪਾ ਉਸ ਜਗ੍ਹਾ ਤੇ। ਤਾਂ ਉਸਨੇ ਕੀਤੀ, ਉਸ ਬਚਨ ਨੂੰ ਪੂਰਾ ਕਰਨ ਲਈ ਪਤਰਸ ਨੇ ਹੈਲਪ ਕੀਤੀ ਪ੍ਰਭੂ ਯਿਸੂ ਮਸੀਹ ਦੀ, ਕਿ ਤਾਂ ਕਿ ਉਹ ਬਚਨ ਵੀ ਪੂਰਾ ਹੋ ਸਕੇ। ਅੱਜ ਲੋਕੀ ਪਰਮੇਸ਼ਰ ਦੇ ਬਚਨ ਨੂੰ ਪੂਰਾ ਕਰਨ ਦੇ ਲਈ ਆਪਣਾ 100% ਦੇਣਾ ਹੀ ਨਹੀਂ ਚਾਹੁੰਦੇ, ਬਸ ਕਹਿੰਦੇ ਕਿ ਬਲੈਸਿੰਗ ਸਾਨੂੰ ਮਿਲ ਜਾਵੇ ਤਾਂ ਬਸ ਗੱਲ ਖਤਮ ਹੈ। ਪਰ ਪਰਮੇਸ਼ਰ ਇੱਦਾਂ ਦਾ ਨਹੀਂ ਗਾ। ਪਰਮੇਸ਼ਰ ਜਿਹੜਾ ਆ ਆਪਣੇ ਬਚਨਾਂ ਤੇ ਅੜਿਆ ਤੇ ਖੜਾ ਆ। ਅੱਜ ਸਾਨੂੰ ਸਹੀ ਤਰੀਕੇ ਦੇ ਨਾਲ ਬਲੈਸਿੰਗ ਨੂੰ ਲੈਣ ਦੀ ਲੋੜ ਹੈ। ਬਲੈਸਿੰਗ ਨੂੰ ਸਹੀ ਤਰੀਕੇ ਦਾ ਨਾਲ ਲਓਗੇ, ਉਹ ਸਦਾ ਲਈ ਬਣੀ ਰਹੂਗੀ, ਠਹਿਰਾਈ ਰਹੂਗੀ। ਉਸ ਨੂੰ ਸ਼ੈਤਾਨ ਤੁਹਾਡੀ ਖਰਾਬ ਨਹੀਂ ਕਰ ਸਕਦਾ। ਕਿਉਂ? ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਪ੍ਰਭੂ ਯਿਸੂ ਮਸੀਹ ਵਰਗੀ ਸ਼ਾਂਤੀ ਜਿੱਲੇ ਤੁਹਾਨੂੰ ਆਉਂਗੀ, ਤੁਹਾਡੇ ਅੰਦਰ ਐਂਟਰ ਕਰੂੰਗੀ, ਫਿਰ ਤੁਸੀਂ ਉਸ ਸ਼ਾਂਤੀ ਨੂੰ ਕਦੀ ਗਵਾ ਨਹੀਂ ਸਕਦੇ, ਕਿਉਂਕਿ ਤੁਹਾਨੂੰ ਪਤਾ ਹੋਊਗਾ ਜਿਹੜੀ ਤੁਹਾਨੂੰ ਚੀਜ਼ ਮਿਲੀ ਆ ਬੇਮੁੱਲੀ ਆ। ਇਸ ਕਰਕੇ ਆਪਣੇ ਡਿਵਾਈਨ ਹੈਲਪਰ ਨੂੰ, ਆਪਣੀ ਸਵਰਗੀ ਮਦਦਗਾਰ ਨੂੰ ਪਛਾਣੋ। ਅੱਜ ਲੋੜ ਹੈ ਸਹੀ ਤਰੀਕੇ ਦੇ ਨਾਲ ਚੱਲਣੇ ਦੀ। ਅੱਜ ਪਰਮੇਸ਼ਵਰ ਦੇ ਲੋਕ ਜਿਹੜੇ ਆ ਬੈਪਟਿਜ਼ਮ ਲਏ ਹੋਏ ਆ, ਪਰ ਉਹਨਾਂ ਬਚਨਾਂ ਨੂੰ ਪੜ੍ਹ ਕੇ ਆਪਣੇ ਤੇ ਲਾਗੂ ਨਹੀਂ ਕਰ ਰਹੇ, ਤਾਂ ਉਹ ਮਦਦ ਨੂੰ ਨਹੀਂ ਪਾ ਸਕਦੇ। ਜੇ ਯਰੀਹੋ ਦੀ ਦੀਵਾਰ ਡਿੱਗੀ ਸੀ ਤਾਂ ਉਹਦਾ ਇੱਕੋ ਹੀ ਕਾਰਨ ਸੀਗਾ, ਕਿਉਂਕਿ ਉਹਨਾਂ ਨੇ ਵਚਨ ਨੂੰ ਫੋਲੋ ਕੀਤਾ, ਉਸ ਉੱਤੇ ਸਹੀ ਤਰੀਕੇ ਨਾਲ ਚੱਲੇ। ਅੱਜ ਜ਼ਰੂਰਤ ਹੈ ਸਾਨੂੰ ਸਹੀ ਤਰੀਕੇ ਦੇ ਨਾਲ ਚੱਲਣੇ ਦੀ। ਇਸੇ ਕਰਕੇ ਪਰਮੇਸ਼ਰ ਦੇ ਵਚਨ ਦੇ ਵਿੱਚ ਤੁਸੀਂ ਸਹੀ ਤਰੀਕੇ ਨਾਲ ਚੱਲੋ, ਤਾਂ ਕਿ ਸਵਰਗ ਵੱਲੋਂ ਜਿਹੜੀ ਮਦਦ ਹੈ ਉਹ ਤੁਹਾਡੇ ਪੂਰੀ ਹੋ ਸਕੇ। ਕਿਉਂਕਿ ਜੇ ਤੁਹਾਨੂੰ ਲੋਸ ਹੋ ਰਿਹਾ ਆ, ਤੁਸੀਂ ਇਸ ਚੀਜ਼ ਨੂੰ ਨੋਟ ਕਰੋ ਕਿ ਸਾਨੂੰ ਕਿਉਂ ਲੋਸ ਹੋਇਆ, ਸਾਡੇ ਪ੍ਰੋਬਲਮ ਕਿੱਥੇ ਆ। ਜਦੋਂ ਅਸੀਂ ਪ੍ਰੋਬਲਮ ਨੂੰ ਲੱਭਾਂਗੇ, ਉਹਦੇ ਮੁਤਾਬਕ ਵਚਨ ਨੂੰ ਲੱਭਾਂਗੇ, ਫਿਰ ਅਸੀਂ ਉਸ ਵਚਨ ਤੇ ਕਲੇਮ ਕਰਕੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਪੇਸ਼ ਕਰਾਂਗੇ। ਪਰਮੇਸ਼ਰ ਜ਼ਰੂਰ ਤੁਹਾਡੀ ਪ੍ਰੋਬਲਮ ਨੂੰ ਹੱਲ ਕਰੇਗਾ। ਅੱਜ ਲੋਕਾਂ ਦੀ ਲਾਈਫ ਦੇ ਵਿੱਚ ਡਿਵਾਈਨ ਹੈਲਪਰ ਆਉਂਦੇ ਆ, ਪਰ ਉਸ ਨੂੰ ਲੈ ਨਹੀਂ ਪਾਉਂਦੇ, ਉਸ ਨੂੰ ਸਹੀ ਤਰੀਕੇ ਨਾਲ ਆਪਣੇ ਆਪ 'ਚ ਐਡਜਸਟ ਨਹੀਂ ਕਰ ਪਾਉਂਦੇ। ਜਿੱਲੇ ਤੁਸੀਂ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਐਡਜਸਟ ਕਰ ਲਓਗੇ, ਫਿਰ ਤੁਹਾਨੂੰ ਸਮਝ ਆਊਗੀ ਕਿ ਮੈਂ ਕੀ ਕਰਨਾ ਆ। ਜਿਸ ਤਰ੍ਹਾਂ ਹੀ ਪਤਰਸ ਨੂੰ ਕਿਹਾ ਗਿਆ ਜਾਲ ਪਾ, ਤਾਂ ਉਸਨੇ ਮੱਛੀਆਂ ਫੜੀਆਂ, ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੇਰੇ ਮਗਰ ਹੋ ਚੱਲ, ਮੇਰੇ ਮਗਰ ਹੋ ਕੇ ਚੱਲ, ਤੇ ਮੈਂ ਤੈਨੂੰ ਕੀ ਕਰੂੰਗਾ, ਬੰਦਿਆਂ ਨੂੰ ਫੜਨੇ ਵਾਲਾ ਬਣਾਊਂਗਾ। ਸਮਝਦੇ ਮੇਰੀ ਗੱਲ? ਉਸਨੇ ਉਸ ਡਿਵਾਈਨ ਹੈਲਪਰ ਨੂੰ ਸਮਝ ਲਿਆ ਕਿ ਮੈਂ ਉਹਦੇ ਮਗਰ ਚੱਲ ਕੇ ਕੀ ਕਰ ਸਕਦਾ ਹਾਂ, ਕਿਹੜੀ ਬਲੈਸਿੰਗ ਨੂੰ ਪਾ ਸਕਦਾ ਹਾਂ। ਅੱਜ ਲੋਕੀ ਸਮਝ ਹੀ ਨਹੀਂ ਪਾਉਂਦੇ। ਅੱਜ ਲੋਕ ਦੇਖਦੇ ਆ ਕਿ ਲੈ ਵੀ ਅਸੀਂ ਡਿਵਾਈਨ ਹੈਲਪਰ ਜੇ ਸਾਡੀ ਲਾਈਫ 'ਚ ਵਧੀਆ ਕੰਮ ਕਰ ਰਿਹਾ ਆ ਠੀਕ ਆ, ਪਰ ਇੰਨਾ ਨਹੀਂ ਪਤਾ ਤੁਹਾਨੂੰ ਕਿ ਉਹ ਡਿਵਾਈਨ ਹੈਲਪਰ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਹੈ, ਤੁਹਾਡੇ ਲਾਈਫ ਦੇ ਵਿੱਚ ਤੁਹਾਡੇ ਲਈ ਪ੍ਰਾਰਥਨਾ ਕਰ ਰਿਹਾ ਆ, ਤੇ ਉਹ ਤਾਂ ਤੁਸੀਂ ਬਲੈਸ ਹੋ ਰਹੇ ਆ। ਪਰ ਜਿੱਲੇ ਤੁਸੀਂ ਉਸੇ ਡਿਵਾਈਨ ਹੈਲਪਰ ਦੀ ਉਹਦੇ ਕੰਮ ਕਰਨ ਵਿੱਚ ਰੁਕਾਵਟ ਪਾਉਂਦੇ ਆ, ਜਾਂ ਉਹਦੇ
ਸਵਰਗੀ ਮਦਦ ਕਰਨੇ ਵਿੱਚ ਤੁਸੀਂ ਰੁਕਾਵਟ ਪਾਉਂਦੇ ਆ ਤੇ ਤੁਸੀਂ ਆਪਣੇ ਪਲਾਨ 'ਚ ਆਪ ਤਾਂ ਸਫਲ ਹੋ ਸਕਦੇ ਆ ਕਿ ਲੈ ਵੀ ਮੈਂ ਉਹਨੂੰ ਠੇਸ ਪਹੁੰਚਾ ਦਿੱਤੀ ਜਾਂ ਉਸ ਡੋਇਲ ਹੈਲਪਰ ਦੀ ਮੰਨੀ ਨਹੀਂ, ਉਹ ਮੇਰੇ ਤੋਂ ਛੋਟਾ ਹੈ ਜਾਂ ਕਿੱਦਾਂ ਵੀ ਹੈ, ਕੁਛ ਵੀ ਲਾ ਲਓ, ਪਰ ਤੁਸੀਂ ਸਵਰਗੀ ਮਦਦ ਕਦੀ ਨਹੀਂ ਪਾ ਸਕਦੇ। ਤੁਹਾਡਾ ਲੋਸ ਤੁਹਾਡੇ ਸਾਹਮਣੇ ਪਿਆ ਹੋਇਆ ਹੈ, ਚੋਇਸ ਤੁਹਾਡੇ ਸਾਹਮਣੇ ਪਈ ਹੋਈ ਹੈ। ਫਿਰ ਜਾਂ ਤਾਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਉਦਾਰਕਰਤਾ ਗ੍ਰਹਿਣ ਕਰੋ ਔਰ ਆਪਣੇ ਲਾਈਫ ਦੇ ਵਿੱਚ ਸਵਰਗੀ ਮਦਦ ਨੂੰ ਲਵੋ, ਜਾਂ ਫਿਰ ਲੋਸ। ਸਭ ਤੋਂ ਵੱਡਾ ਲੋਸ ਇਹੀ ਆ, ਕਿਉਂਕਿ ਸ਼ੈਤਾਨ ਤੁਹਾਨੂੰ ਭਰਮਾ ਚੁੱਕਾ ਹੈ। ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚ ਸਹੀ ਤਰੀਕੇ ਨਾਲ ਚੱਲਣ ਦੀ ਲੋੜ ਹੈ। ਅਸੀਂ ਜਦੋਂ ਬਾਈਬਲ ਪੜ੍ਹਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝ ਆਉਂਦੀਆਂ। ਜਿਸਲੇ ਤੋਂ ਪਰਮੇਸ਼ਰ ਦੇ ਮਗਰ ਸਹੀ ਤਰੀਕੇ ਨਾਲ ਚੱਲਿਆ, ਉਸ ਦੀ ਆਵਾਜ਼ ਨੂੰ ਸੁਣਿਆ, ਉਸ ਦੇ ਨਾਲ ਆਤਮਾ ਰਿਹਾ, ਤਾਂ ਕੀ ਹੋਇਆ? ਉਸਨੇ 66 ਲੜਾਈਆਂ ਲੜੀਆਂ ਤਾਂ 66 ਦੀ 66 ਜਿੱਤਿਆ। ਪਰ ਜਿਸ ਤਰ੍ਹਾਂ ਹੀ ਉਹਨੇ ਪਰਮੇਸ਼ਰ ਨੂੰ ਇਗਨੋਰ ਕੀਤਾ, ਉਸ ਦੀ ਆਵਾਜ਼ ਨੂੰ ਇਗਨੋਰ ਕੀਤਾ, ਸਵਰਗੀ ਮਦਦ ਉਹਦੇ ਤੋਂ ਉੱਠ ਗਈ। ਉਹਨੂੰ ਉਸੇ ਜੰਗਲਾਂ 'ਚ ਜਾਣਾ ਪਿਆ ਜਿੱਥੇ ਉਹ ਪਹਿਲਾਂ ਸੀ। ਅੱਜ ਪਰਮੇਸ਼ਰ ਦੇ ਵਚਨ ਨੂੰ ਸਹੀ ਤਰੀਕੇ ਨਾਲ ਲੈਣ ਦੀ ਲੋੜ ਆ। ਬਹੁਤ ਸਾਰੇ ਲੋਕ ਆ ਜਿਹੜੇ ਵਚਨ ਨੂੰ ਸੁਣਦੇ ਵੀ ਆ ਪਰ ਆਪਣੇ 'ਤੇ ਲਾਗੂ ਨਹੀਂ ਕਰ ਪਾਉਂਦੇ। ਪਰ ਜਿੰਨੇ ਤੱਕ ਤੁਸੀਂ ਉਸ ਵਚਨ ਨੂੰ ਲਾਗੂ ਨਹੀਂ ਕਰੋਗੇ, ਉਨਾ ਤੱਕ ਉਹ ਵਚਨ ਨਹੀਂ ਕੰਮ ਕਰ ਪਾਏਗਾ, ਕਦੀ ਵੀ ਨਹੀਂ ਕਰ ਪਾਏਗਾ। ਤੁਸੀਂ ਲੱਖ ਵਾਰ ਕਹਿ ਲਓ ਯਿਸੂ ਦੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ, ਯਿਸੂ ਦੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ, ਯਿਸੂ ਦੇ ਕੋੜੇ ਖਾਣ ਨਾਲ ਚੰਗੇ, ਪਰ ਜਿੰਨੇ ਤੱਕ ਤੁਸੀਂ ਆਪਣੇ ਮੂੰਹ ਦਾ ਅੰਗੀਕਾਰ ਸਹੀ ਨਹੀਂ ਕਰਦੇ, ਹਾਏ ਮੈਂ ਬਿਮਾਰ ਹਾਂ, ਮੈਂ ਦੁਖੀ ਹਾਂ, ਮੈਂ ਪ੍ਰੋਬਲਮ 'ਚ ਹਾਂ, ਮੈਨੂੰ ਆਹ ਬਿਮਾਰੀ ਆ, ਉਨੇ ਤੱਕ ਤੁਸੀਂ ਸਹੀ ਨਹੀਂ ਹੋ ਸਕਦੇ। ਕਿਉਂਕਿ ਉਹਦਾ ਇੱਕੋ ਹੀ ਕਾਰਨ ਹੈ, ਕਿਉਂਕਿ ਤੁਹਾਡੇ ਬੋਲ ਜਿਹੜੇ ਆ ਉਹ ਬਹੁਤ ਮਾਇਨੇ ਕਰਦੇ ਆ। ਕਿਉਂਕਿ ਪ੍ਰਭੂ ਦੇ ਵਚਨ 'ਚ ਲਿਖਿਆ ਹੈ, ਤੁਹਾਡੇ ਮੂੰਹ ਦੇ ਵਿੱਚ ਜੀਵਨ ਔਰ ਮੂੰਹ ਦੇ ਵਿੱਚ ਹੀ ਮੌਤ ਹੈ। ਅੱਜ ਜਦੋਂ ਅਸੀਂ ਸਵਰਗੀ ਮਦਦ ਲੈਣੀ ਆ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਮੂੰਹ 'ਚੋਂ ਕੀ ਨਿਕਲਣਾ ਹੈ। ਕੁਛ ਲੋਕ ਸੋਚਦੇ ਹੁੰਦੇ ਆ ਕਿ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ ਜਾਂ ਅਸੀਂ ਉਹਨਾਂ ਨੂੰ ਵਧਾ ਰਹੇ ਹਾਂ। ਨਹੀਂ, ਪਰ ਜਿਹੜੇ ਪਰਮੇਸ਼ਰ ਦੇ ਲੋਕ ਆ ਉਹ ਜਾਣਦੇ ਆ ਕਿ ਸਾਡੀ ਮਦਦ ਕਿਸੇ ਬੰਦੇ ਵੱਲੋਂ ਨਹੀਂ, ਕਿਸੇ ਇਨਸਾਨ ਵੱਲੋਂ ਨਹੀਂ, ਉਹ ਸਵਰਗ ਵੱਲੋਂ, ਕਿਉਂਕਿ ਉਹ ਸਵਰਗੀ ਮਦਦ ਤੇ ਵਿਸ਼ਵਾਸ ਕਰਦੇ ਆ। ਇਸ ਕਰਕੇ ਤੁਸੀਂ ਹਮੇਸ਼ਾ ਇਸ ਗੱਲ ਨੂੰ ਨੋਟ ਕਰਨਾ ਆ ਅਤੇ ਯਾਦ ਰੱਖਣਾ ਆ, ਆਪਣੀ ਮਦਦਗਾਰ ਜਿਹੜੀ ਪਰਮੇਸ਼ਰ ਨੇ ਤੁਹਾਡੇ ਲਈ ਭੇਜੀ ਹੋਵੇ, ਉਹਨਾਂ ਦੇ ਲਈ ਜੋ ਵੀ ਆ, ਚਾਹੇ ਉਹ ਇਨਸਾਨ ਹੋ ਸਕਦਾ ਹੈ, ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈ, ਉਹ ਇੱਕ ਦੋਸਤ ਹੋ ਸਕਦਾ ਹੈ, ਇੱਕ ਤੁਹਾਡਾ ਵਰਕਰ ਹੋ ਸਕਦਾ ਹੈ, ਤੁਹਾਡਾ ਮਾਲਕ ਹੋ ਸਕਦਾ ਹੈ, ਤੁਹਾਡਾ ਰਿਸ਼ਤੇਦਾਰ ਹੋ ਸਕਦਾ, ਭੈਣ ਹੋ ਸਕਦਾ, ਭਰਾ ਹੋ, ਪਤਨੀ ਹੋ ਸਕਦੀ ਹੈ। ਜਿੱਥੇ ਵੀ ਪਰਮੇਸ਼ਰ ਨੇ ਮਦਦ ਭੇਜੀ ਆ, ਉਸ ਨੂੰ ਸਹੀ ਤਰੀਕੇ ਨਾਲ ਹੈਂਡਲ ਕਰੋ ਤਾਂ ਕਿ ਸਹੀ ਤਰੀਕੇ ਨਾਲ ਪਰਮੇਸ਼ਰ ਤੁਹਾਡੀ ਲਾਈਫ 'ਚ ਕੰਮ ਕਰ ਕਰੇ। ਕਿਉਂਕਿ ਅੱਜ ਲੋਕਾਂ ਦੀ ਲਾਈਫ ਦੇ ਵਿੱਚ ਸਹੀ ਤਰੀਕੇ ਨਾਲ ਪਰਮੇਸ਼ਰ ਕੰਮ ਨਹੀਂ ਕਰ ਪਾਉਂਦਾ, ਉਹਦਾ ਕਾਰਨ ਇਹੀ ਹੈ ਕਿ ਲੋਕ ਆਪਣੀ ਮਦਦ ਨੂੰ ਲੈਣਾ ਨਹੀਂ ਜਾਣਦੇ। ਅੱਜ ਲੋਕ ਸਵਰਗੀ ਮਦਦ ਨੂੰ ਸਹੀ ਤਰੀਕੇ ਨਾਲ ਲੈ ਨਹੀਂ ਪਾਉਂਦੇ। ਮੈਂ ਯਕੀਨ ਕਰਦਾ ਪਰਮੇਸ਼ਰ ਦੇ ਇਹਨਾਂ ਵਚਨਾਂ ਦੇ ਰਾਹੀਂ ਤੁਸੀਂ ਹੁਣ ਜਾਣ ਚੁੱਕੇ ਹੋਵੋਗੇ ਕਿ ਸਾਨੂੰ ਮਦਦ ਕਿਸ ਤਰ੍ਹਾਂ ਲੈਣੀ ਹੈ, ਕਿਉਂਕਿ ਤੁਸੀਂ ਜਿਹੜੀ ਮਦਦ ਆ ਉਹ ਪਰਮੇਸ਼ਰ ਕੋਲੋਂ ਲੈ ਸਕਦੇ ਆ ਇੱਕ ਸਹੀ ਤਰੀਕੇ ਨਾਲ ਉਹਨਾਂ ਦੇ ਵਚਨਾਂ 'ਤੇ ਚੱਲ ਕੇ। ਸਾਨੂੰ ਲੋੜ ਆ ਸਹੀ ਤਰੀਕੇ ਦੇ ਨਾਲ ਵਚਨਾਂ 'ਤੇ ਚੱਲਣ ਦੀ। ਜਦੋਂ ਉਹਨਾਂ ਨੇ ਵਚਨ ਫੋਲੋ ਕੀਤਾ ਤੇ ਜਰੀਹੋ ਦੀ ਦੀਵਾਰ ਨੂੰ ਸਿੱਟ ਦਿੱਤਾ। ਤੁਸੀਂ ਸੋਚੋ ਕਿ ਜੇ ਉਹ 6 ਦਿਨ ਚੱਕਰ ਲਾ ਕੇ 7ਵੇਂ ਦਿਨ 7 ਚੱਕਰ ਨਾ ਲਗਾਉਂਦੇ, ਕੀ ਵਚਨ ਉਹਨਾਂ ਦੀ ਲਾਈਫ 'ਚ ਪੂਰਾ ਹੁੰਦਾ? ਕੀ ਜਰੀਹੋ ਦੀ ਦੀਵਾਰ ਡਿੱਗਦੀ? ਕੀ ਜਰੀਹੋ ਦੇਸ਼ ਨੂੰ, ਉਹ ਸ਼ਹਿਰ ਨੂੰ ਉਹ ਜਿੱਤ ਪਾਉਂਦੇ? ਕਦੇ ਵੀ ਨਹੀਂ। ਕਿਉਂਕਿ ਜਿੱਲੇ ਤੁਸੀਂ ਵਚਨ ਨੂੰ ਪੂਰਾ ਕਰੋਗੇ, ਜਿੱਤ ਤੁਹਾਡੇ ਕਦਮਾਂ ਵਿੱਚ ਹੋਵੇਗੀ। ਇਸੇ ਲਈ ਪ੍ਰਭੂ ਯਿਸੂ ਮਸੀਹ ਨੇ ਕਿਹਾ, ਆਪਣੀ ਸਲੀਬ ਨੂੰ ਚੱਕ ਤੇ ਮੇਰੇ ਮਗਰ ਚੱਲ। ਚੱਲਣ ਦਾ ਮਤਲਬ ਇਹ ਆ ਕਿ ਹਰ ਇੱਕ ਕਦਮ ਪਰਮੇਸ਼ਰ ਦੇ ਨਾਲ ਚੱਲਣਾ, ਸੋਚ ਕੇ ਚੱਲਣਾ ਕਿ ਪਰਮੇਸ਼ਰ ਦੀ ਇਸ ਦੇ ਵਿੱਚ ਰਜ਼ਾ ਹੈ। ਜਿਵੇਂ ਤੁਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰੋਗੇ
ਤੁਸੀਂ ਭਟਕ ਜਾਓਗੇ। ਤੁਸੀਂ ਉਸ ਹੈਲਪ ਨੂੰ ਜਿਹੜੀ ਸਵਰਗ ਵੱਲੋਂ ਆ ਉਸ ਨੂੰ ਲੇਟ ਕਰ ਲਓਗੇ ਖੁਦ। ਜਿਹੜੀ ਬਲੈਸਿੰਗ ਤੁਹਾਨੂੰ 6 ਮਹੀਨੇ 'ਚ ਮਿਲਣੀ ਆ ਉਹਨੂੰ ਤੁਸੀਂ ਸਾਲਾਂ ਵਿੱਚ ਲਾ ਦਿੰਦੇ ਆ। ਕਿਉਂ? ਉਹਨਾਂ ਸਾਲਾਂ ਬੱਧੀ ਤੁਹਾਨੂੰ ਮਿਲਦੀ ਨਹੀਂ। ਉਹਦਾ ਕਾਰਨ ਇਹੀ ਆ ਕਿਉਂਕਿ ਸਵਰਗ ਵੱਲੋਂ ਤਾਂ ਤੈਨੂੰ ਬਲੈਸਿੰਗ ਮਿਲਣੀ ਚਾਹ ਰਹੀ ਆ, ਪਰ ਤੁਸੀਂ ਬਚਨ ਨੂੰ ਕੀ ਕਰ ਰਹੇ ਆ? ਸਹੀ ਤਰੀਕੇ ਨਾਲ ਲੈ ਨਹੀਂ ਰਹੇ, ਆਪਣੇ 'ਤੇ ਲਾਗੂ ਨਹੀਂ ਕਰ ਰਹੇ। ਬਚਨ ਦੀ ਗਹਿਰਾਈ ਨੂੰ ਸਮਝੋ। ਬਾਈਬਲ ਨੂੰ ਟੋਟਕੇ ਦੀ ਤਰ੍ਹਾਂ ਇਸਤੇਮਾਲ ਨਾ ਕਰੋ, ਉਸ ਨੂੰ ਆਪਣੇ ਲਾਗੂ ਕਰੋ ਆਪਣੇ ਬਚਨਾਂ 'ਤੇ। ਆਪਣੇ ਮੂੰਹ ਦੇ ਰਾਹੀਂ ਉਹੀ ਅੰਗੀਕਾਰ ਕਰੋ ਕਿ ਜਿਹੜਾ ਪਰਮੇਸ਼ਵਰ ਤੁਹਾਡੇ ਤੋਂ ਚਾਹੁੰਦਾ ਹੈ, ਨਾ ਕਿ ਜਿਹੜਾ ਸ਼ੈਤਾਨ। ਅਸਲ ਲੋੜ ਆ ਸਹੀ ਤਰੀਕੇ ਨਾਲ। ਜਿਹੜਾ ਬੰਦਾ ਪ੍ਰੇਅਰਫੁੱਲ ਆ, ਜਿਹੜਾ ਪ੍ਰਾਰਥਨਾ ਕਰਨੇ ਵਾਲਾ ਆ, ਜਿਹੜਾ ਬਚਨ 'ਤੇ ਸਹੀ ਤਰੀਕੇ ਨਾਲ ਚੱਲਣੇ ਵਾਲਾ ਹੈ, ਉਸ ਨੂੰ ਪਤਾ ਕਿ ਮੇਰੀ ਮਦਦ ਸਵਰਗ ਵੱਲੋਂ ਆ ਤੇ ਪਰਮੇਸ਼ਰ ਮੇਰੀ ਮਦਦ ਕਰੇਗਾ। ਕਿਉਂਕਿ ਮਦਦ ਪਰਮੇਸ਼ਰ ਕਰਦਾ ਵੀ ਹੈ, ਪਰ ਜਿਹੜਾ ਬਚਨਾਂ 'ਤੇ ਚੱਲਦਾ ਨਹੀਂ ਤਾਂ ਪਰਮੇਸ਼ਰ ਉਹਦੀ ਲਾਈਫ 'ਚ ਕੰਮ ਨਹੀਂ ਕਰ ਪਾਉਂਦਾ। तो बचन के जरिए अपनी स्वर्गी मदद ले नहीं पाता। अज जरूरत है सानू सही तरीके दे नाल बचन को ग्रहण करने की, अपनी लाइफ दे विच उसनूं लैण दी। इस करके हमेशा ही जे परमेश्वर ने तुहानूं लाइफ दे विच डिवाइन हेल्पर दिते हैं, अपने अगुए दिते हैं, ਤੁਹਾਡੇ ਪਾਸਟਰ ਸਾਹਿਬਾਨ जब कोई भी ਤੁਹਾਡੀ ਲਾਈਫ ਦੇ ਵਿੱਚ ਅਗੁਆ ਜਿਹਦੇ ਨਾਲ ਤੁਸੀਂ ਬਲੈਸ ਹੋ ਰਹੇ ਆ, ਫਿਰ ਤੁਸੀਂ ਕਦਰ ਕਰੋ, ਉਹਦੀ ਬਲੈਸਿੰਗ ਦੀ ਕਦਰ ਕਰੋ। ਜਿਲੇ ਤੁਸੀਂ ਕਦਰ ਕਰੋਗੇ ਪਰਮੇਸ਼ਰ ਤੁਹਾਨੂੰ ਵੀ ਬਰਕਤ ਦੇਵੇਗਾ। ਅਸੀਂ ਅਬਰਾਹਮ ਦੀ ਲਾਈਫ ਦੇ ਵਿੱਚ ਦੇਖਦੇ ਹਾਂ, ਜਿੰਨਾ ਤੱਕ ਲੂਤ ਉਹਦੇ ਨਾਲ ਰਿਹਾ ਤਾਂ ਆਸ਼ੀਸ਼ਿਤ ਰਿਹਾ, ਉਸ ਨੂੰ ਸਭ ਕੁਝ ਮਿਲਿਆ, ਉਹਦੀਆਂ ਭੇਡਾਂ ਬੱਕਰੀਆਂ ਵਧੀਆਂ। पर जिदा ही वो अब्राहम तो दूर होया तो की होया, वो सब कुछ जीरो हो गया, खत्म हो गया, उसी जगह पे आ गया, उसको कुछ भी नहीं सी। अज जरूरत है तुहानूं समझने की अपने डिवाइन हेल्पर नूं, क्योंकि जिले तुसीं उहदे नाल है तो तुहाडा कारोबार वधदा है, तुहानूं ब्लैसिंग मिलती है, तुहानूं स्वर्गी मदद मिल रही है। कि तुसीं उस हैल्पर तो इग्नोर तो नहीं मारते, कि तुसीं उस हैल्पर की कह सकते हैं कि कदर नहीं करते। सही है ना? तो फिर इस लिए तुसीं उस प्रॉब्लम के फस जाते हैं, उस लॉस में लैंदे हैं जिहड़ा शैतान ने तुहाडे वास्ते रखा हुंदा। परमेश्वर नहीं चाहता तुहानूं लॉस होवे, ये गल याद रखो। परमेश्वर तो चाहता है कि तुसीं वधो तो फुल्लो, पर लॉस उही लोग लै पाउंदे आ जिन्हां दी लाइफ दे विच डिवाइन हेल्पर आंदा है, स्वर्गी मदद आंदी है, पर वो लै नहीं पाते। पर जिहड़े लोग परमेश्वर के वचनों ते सही तरीके नाल चलदे आ, उहनूं अपने आप ते लागू करदे आ, तो फिर की करदे आ, वो स्वर्गी मदद नूं लै पाते आ। जिस तरह पतरस ने स्वर्गी मदद नूं लिया, जिस तरह जरीहो दी दीवार गिराउण लई इजराइलियां ने लिया, इसलिए अज लोड़ है तुहानूं सही बचन सही तरीके नाल लैण दी, ताकि स्वर्गी मदद तुहाडी लाइफ दे विच होवे। परमेश्वर ने तुहानूं पवित्र आत्मा दिता होया है, एक मददगार, ते मददगार तुहाडे नाल उदों ही रहिंदा है जदों तुसीं पवित्रताई विच रहिंदे हो। जिस दा नां ही होली आ, पवित्र आ, पवित्रता विच रहेगा, पवित्र आत्मा पवित्रता विच रहेगा। इसलिए अगर परमेश्वर ने तुहानूं स्वर्गी मददगार दिता है, पवित्र आत्मा दिती हुई है, तुसीं किस तरह पाप कर सकते हैं, तो किस तरह तुसीं एक्सैप्ट करते हैं कि परमेश्वर तुहानूं स्वर्ग वालों अपनी मदद देवे, तुहानूं ब्लैस करे। जो पवित्र आत्मा पाया होया बंदा ही पाप करेगा, तो सोचो तुसीं आप कि किद्दां परमेश्वर तुहाडी लाइफ 'च काम कर पाएगा। फिर तुसीं खिजदे आ, गुस्से हुंदे आ, खिजाहट तुहाडी लाइफ दे विच हुंदी है। पर जिहड़ा बंदा परमेश्वर ते यकीन रखदा, परमेश्वर दे वचनां ते चलदा है, उहनूं पता आ मेरी मदद अज नहीं पर कल होगी, परसों नूं होएगी जरूर, पर वो स्वर्ग वालों होएगी और तो डेफिनेटली पक्की होएगी। इसलिए अज तैनूं लोड़ आ स्वर्ग दी
ਮਦਦ ਲੈਣ ਲਈ, ਸਵਰਗੀ ਮਦਦ ਲੈਣ ਦੇ ਲਈ, ਪਰਮੇਸ਼ਰ ਕੋਲੋਂ ਮਦਦ ਲੈਣ ਲਈ। ਅਗਰ ਪ੍ਰਭੂ ਯਿਸੂ ਮਸੀਹ ਨੂੰ ਉਸ ਸਲੀਬ ਨੂੰ ਲਿਜਾਣ ਦੇ ਲਈ ਮਦਦਗਾਰ ਦੀ ਲੋੜ ਪਈ, ਕੀ ਤੁਹਾਨੂੰ ਨਹੀਂ ਲੋੜ? ਤੁਹਾਨੂੰ ਲੱਗਦਾ ਕਿ ਤੁਸੀਂ ਇੰਨੇ ਪਾਵਰਫੁਲ ਆ ਕਿ ਤੁਸੀਂ ਆਪਣੀ ਸਲੀਬ ਨੂੰ ਚੱਕ ਕੇ ਖੁਦ ਹੀ ਚੱਲ ਜਾਓਗੇ? ਨਹੀਂ। ਇਸ ਕਰਕੇ ਤੁਹਾਨੂੰ ਪਵਿੱਤਰ ਆਤਮਾ ਦੇ ਲੋੜ ਆ। ਪਵਿੱਤਰ ਆਤਮਾ ਦੇ ਨਾਲ ਪਵਿੱਤਰਤਾਈ ਦੇ ਵਿੱਚ ਚੱਲਣ ਦੀ ਲੋੜ ਹੈ। ਉਸ ਬਚਨਾਂ 'ਤੇ ਸਹੀ ਤਰੀਕੇ ਨਾਲ ਚੱਲਣ ਦੀ ਲੋੜ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਵੀਡੀਓ ਜਿੰਨੇ ਵੀ ਲੋਕ ਦੇਖਣਗੇ ਆਸ਼ੀਸ਼ ਬਰਕਤ ਨੂੰ ਪਾਉਣਗੇ ਅਤੇ ਆਪਣੀ ਮਦਦ ਨੂੰ ਸਹੀ ਤਰੀਕੇ ਨਾਲ ਲੈ ਸਕਣਗੇ, ਜਿਹੜੀ ਸਵਰਗੀ ਹੈ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ, ਬਰਕਤ ਦੇਵੇ। ਗੋਡ ਬਲੈਸ ਯੂ।